ਗਾਇਤਰੀ ਮਹਾਮੰਤਰ ਵਿੱਚ ਪਰਮਾਤਮਾ ਤੋਂ ਚੰਗੀ ਬੁੱਧੀ ਲਈ ਪ੍ਰਾਰਥਨਾ ਕੀਤੀ ਗਈ ਹੈ। ਇਸ ਦੇ 24 ਅੱਖਰਾਂ ਵਿੱਚ 24 ਅਨਮੋਲ ਸਿੱਖਿਆ ਸੰਦੇਸ਼ ਭਰੇ ਹੋਏ ਹਨ। ਉਹ ਸਦਬੁੱਧੀ ਦੇ ਪ੍ਰਤੀਕ ਹਨ। ਉਹਨਾਂ ਸਿੱਖਿਆਵਾਂ ਵਿੱਚ ਉਹ ਸਾਰੇ ਆਧਾਰ ਮੌਜੂਦ ਹਨ ਜਿਨ੍ਹਾਂ ਤੋਂ ਹਿਰਦੇ ਵਿੱਚ ਰੱਖਣ ਵਾਲੇ ਦਾ ਸਾਰਾ ਦ੍ਰਿਸ਼ਟੀਕੋਣ ਪਵਿੱਤਰ ਹੋ ਜਾਂਦਾ ਹੈ ਅਤੇ ਉਸਦਾ ਭਰਮ ਅਗਿਆਨਤਾ ਦਾ ਨਾਸ਼ ਹੋ ਜਾਂਦਾ ਹੈ, ਜਿਸ ਨਾਲ ਹਰ ਰੋਜ਼ ਕੋਈ ਨਾ ਕੋਈ ਮੁਸੀਬਤ ਪੈਦਾ ਹੁੰਦੀ ਹੈ। ਗਾਇਤਰੀ ਮਹਾਮੰਤਰ ਦੀ ਰਚਨਾ ਅਜਿਹੇ ਵਿਗਿਆਨਕ ਆਧਾਰ ਤੇ ਹੋਈ ਹੈ ਜਿਸ ਦੀ ਸਾਧਨਾ ਦੁਆਰਾ ਆਪਣੇ ਅੰਦਰ ਛੁਪੇ ਹੋਏ ਕਈ ਗੁਪਤ ਸ਼ਕਤੀ ਕੇਂਦਰ ਖੁੱਲ ਜਾਂਦੇ ਹਨ ਅਤੇ ਅੰਤੇ ਸਥਲ ਵਿੱਚ ਸਾਤਵਿਕਤਾ ਦਾ ਸਰੋਤ ਵਹਿਣ ਲੱਗਦਾ ਹੈ। ਪੁਸਤਕ ਦਾ ਨਾਮ ਦੇਵਤਿਆਂ, ਅਵਤਾਰਾਂ ਅਤੇ ਰਿਸ਼ੀਆਂ ਦੀ ਉਪਾਸਿਆ ਗਾਇਤਰੀ। ਪੁਸਤਕ ਦੀ ਜਾਣਕਾਰੀ। ਗਾਇਤਰੀ ਮੰਤਰ ਮਹਾਮੰਤਰ ਹੈ, ਸਦਬੁੱਧੀ ਅਤੇ ਵਿਵੇਕਸ਼ੀਲਤਾ ਦਾ ਪ੍ਰਦਾਤਾ ਹੈ। ਇਸ ਦੀ ਉਪਾਸਨਾ ਤੋਂ ਸਿਹਤਮੰਦ ਅਤੇ ਲੰਮੀ ਉਮਰ, ਪ੍ਰਾਣ ਵਿਦਿਆ, ਉੱਤਮ ਸੰਤਾਨ, ਪਸ਼ੂ ਧਨ, ਪੁੰਨ ਅਤੇ ਪ੍ਰਸਿੱਧੀ, ਦੌਲਤ ਕਮਾਉਣ ਦਾ ਗਿਆਨ, ਬ੍ਰਹਮ ਦੇ ਤੇਜ ਸਰੂਪ ਦਾ ਗਿਆਨ ਅਤੇ ਅਲੋਕਮय ਬ੍ਰਹਮ ਤੱਕ ਦੀ ਪ੍ਰਾਪਤੀ ਹੁੰਦੀ ਹੈ। ਗਾਇਤਰੀ ਸਰੀਰ, ਮਨ ਅਤੇ ਆਤਮਾ ਨੂੰ ਬਲਵਾਨ ਬਣਾਉਣ ਦੀ ਵਿਧੀ ਹੈ। ਗਾਇਤਰੀ ਦਾ ਸ਼ਾਬਦਿਕ ਅਰਥ ਹੈ ਪ੍ਰਾਣ ਦਾ ਤ੍ਰਾਣ ਕਰਨ ਵਾਲਾ। ਗਏ ਕਹਿੰਦੇ ਹੈ ਪ੍ਰਾਣ ਨੂੰ ਅਤੇ ਤ੍ਰੀ ਕਹਿੰਦੇ ਹੈ ਤ੍ਰਾਣ ਕਰਨ ਵਾਲੀ ਨੂੰ। ਪ੍ਰਾਣ ਦਾ ਅਰਥ ਹੈ ਪੁਰਸ਼ਾਰਥ। ਜਦੋਂ ਅੰਦਰਲੀ ਹਿੰਮਤ ਅਤੇ ਅਮਲੀ ਲਗਨ ਦਾ ਤਾਲਮੇਲ ਉੱਚ ਪੱਧਰੀ ਉਦੇਸ਼ਾਂ ਲਈ ਲਾਮਬੱਧ ਕੀਤਾ ਜਾਂਦਾ ਹੈ ਤਾਂ ਉਸ ਤਾਲਮੇਲ ਦੇ ਨਤੀਜੇ ਹਰ ਖੇਤਰ ਵਿੱਚ ਚਮਤਕਾਰ ਵਾਂਗ ਦਿਸਦੇ ਹਨ। ਸਾਧਨਾ ਦੇ ਨਤੀਜਿਆਂ ਨੂੰ ਅੰਮ੍ਰਿਤ, ਪਾਰਸ, ਕਲਪਵ੍ਰਿਕਸ਼, ਕਾਮਧੇਨੂ ਅਤੇ ਬ੍ਰਹਮਾਨੰਦ ਦੱਸਿਆ ਗਿਆ ਹੈ। ਜਦੋਂ ਪਰਮਾਤਮਾ ਸੱਤ ਹੈ ਤਦ ਅਸੀਂ ਉਸਦੇ ਪੁੱਤਰ ਅਸਤ ਰੂਪ ਵਿੱਚ ਲੀਨ ਹੋ ਰਹੇ ਹਾਂ। ਪਰਮਾਤਮਾ ਚਿੱਤ ਹੈ, ਅਸੀਂ ਹਨੇਰੇ ਵਿੱਚ ਡੁੱਬੇ ਹੋਏ ਹਾਂ। ਪਰਮਾਤਮਾ ਆਨੰਦ ਦਾ ਸਰੂਪ ਹੈ, ਅਸੀਂ ਦੁੱਖਾਂ ਤੋਂ ਚਿੰਤਿਤ ਹੋ ਰਹੇ ਹਾਂ। ਅਜਿਹੀ ਉਲਟ ਪਰਿਸਥਿਤੀ ਪੈਦਾ ਹੋਣ ਦਾ ਕੀ ਕਾਰਨ? ਇਹ ਵਿਚਾਰਨਯੋਗ ਪ੍ਰਸ਼ਨ ਹੈ। ਸਾਰੇ ਸ਼ਾਸਤਰ ਸਾਰੇ ਦੇਵ ਸ਼ਕਤੀਆਂ ਦੀ ਉਪਾਸਿਆ ਦੱਸਿਆ ਹੈ, ਪਰ ਗਾਇਤਰੀ ਸਾਧਨਾ ਦੇ 3 ਚਰਨ ਕੀ ਹਨ ਅਤੇ ਗਾਇਤਰੀ ਸਾਧਨਾ ਕਿਵੇਂ ਕੀਤੀ ਜਾਏ? ਗਾਇਤਰੀ ਉਪਾਸਨਾ ਦਾ ਪਰਿਣਾਮ ਕੀ ਹੁੰਦਾ ਹੈ? ਤੁਹਾਡੇ ਸਾਹਮਣੇ ਪੇਸ਼ ਕੀਤੀ ਗਈ ਹੈ ਛੋਟੀ ਕਿਤਾਬ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦਿੰਦੀ ਹੈ ਅਤੇ ਇਸ ਦੇ ਨਾਲ ਹੀ ਇਸ ਛੋਟੀ ਕਿਤਾਬ ਵਿੱਚ ਗਾਇਤਰੀ ਬ੍ਰਹਮ ਵਿਦਿਆ ਦੇ ਸਾਰੇ ਸੂਤਰ ਵੀ ਸ਼ਾਮਲ ਕੀਤੇ ਗਏ ਹਨ। ਪੁਸਤਕ ਦੇ ਕੁਝ ਅੰਸ਼। ਮਨੁੱਖ ਪਰਮਾਤਮਾ ਦਾ ਵਾਰਸ ਅਤੇ ਰਾਜਕੁਮਾਰ ਹੈ। ਦੁੱਖ ਭਾਵੇਂ ਵਿਅਕਤੀਗਤ ਹੋਵੇ ਜਾਂ ਸਮੂਹਿਕ, ਉਹਨਾਂ ਦਾ ਕਾਰਨ ਇੱਕ ਹੈ ਅਤੇ ਉਹ ਹੈ ਕੁਬੁੱਧੀ। ਇਹ ਜੀਵਨ ਆਨੰਦ ਦਾ ਇੱਕ ਨਿਰਵਿਘਨ ਝਰਨਾ ਹੈ। ਇਸ ਵਿੱਚ ਉਦਾਸ ਹੋਣ ਦਾ ਕੋਈ ਕਾਰਨ ਨਹੀਂ ਹੈ। ਵੇਦਾਂ ਨੇ ਗਾਇਤਰੀ ਉਪਾਸਨਾ ਨੂੰ ਰੋਜ਼ਾਨਾ ਕਰਨ ਲਈ ਕਿਹਾ ਹੈ। ਵੇਦਾਂ ਤੋਂ ਲੈ ਕੇ ਧਰਮ ਸ਼ਾਸਤਰਾਂ ਤੱਕ ਸਾਰਾ ਦਿਵ ਗਿਆਨ ਗਾਇਤਰੀ ਦੇ ਉਚਾਰ ਖੰਡਾਂ ਦਾ ਵਿਸਤਾਰ ਹੈ। ਜਿਸਨੇ ਆਦਿ ਗਾਇਤਰੀ ਮਾਤਾ ਦਾ ਆਂਚਲ ਫੜਿਆ ਉਹ ਕਦੇ ਨਿਰਾਸ਼ ਨਹੀਂ ਹੋਇਆ। ਸੁਚੱਜੇ ਸੰਸਕ੍ਰਿਤ ਮਨੁੱਖਾਂ ਨੂੰ ਦੇਵਤੇ ਕਿਹਾ ਗਿਆ ਹੈ। ਦੇਵਤਵ ਆਕ੍ਰਿਤੀ ਦੇ ਨਾਲ ਨਹੀਂ ਪਰ ਪ੍ਰਕਿਰਤੀ ਨਾਲ ਜੁੜੀ ਹੋਈ ਹੈ। ਗੁਣ, ਕਰਮ, ਸੁਭਾਅ ਤੋਂ ਉਸਦੀ ਪਰਖ ਹੁੰਦੀ ਹੈ। ਸਵਾਮੀ ਵਿਵੇਕਾਨੰਦ ਨੇ ਕਿਹਾ ਹੈ, ਰਾਜੇ ਤੋਂ ਸਿਰਫ ਉਹੀ ਵਸਤੂ ਮੰਗਣੀ ਜਾਣੀ ਚਾਹੀਦੀ ਹੈ ਜੋ ਉਸਦੇ ਗੌਰਵ ਦੇ ਅਨੁਕੂਲ ਹੋਵੇ। ਪਰਮਾਤਮਾ ਤੋਂ ਮੰਗਣਯੋਗ ਵਸਤੂ ਸਦਬੁੱਧੀ ਹੈ। ਸਵਾਮੀ ਸ਼ਿਵਾਨੰਦ ਕਹਿੰਦੇ ਹਨ ਕਿ ਬ੍ਰਹਮ ਮੁਹੂਰਤ ਦੌਰਾਨ ਗਾਇਤਰੀ ਦਾ ਜਾਪ ਕਰਨ ਨਾਲ ਮਨ ਸ਼ੁੱਧ ਹੁੰਦਾ ਹੈ ਅਤੇ ਹਿਰਦੇ ਨੂੰ ਸ਼ੁੱਧਤਾ ਮਿਲਦੀ ਹੈ। ਸਰੀਰ ਨਿਰੋਗ ਰਹਿੰਦਾ ਹੈ। ਸੁਭਾਅ ਵਿੱਚ ਨਿਮਰਤਾ ਹੈ। ਸੂਖਮ ਬੁੱਧੀ ਨਾਲ ਦੂਰ ਦ੍ਰਿਸ਼ਟੀ ਵੱਧਦੀ ਹੈ ਅਤੇ ਯਾਦ ਸ਼ਕਤੀ ਦਾ ਵਿਕਾਸ ਹੁੰਦਾ ਹੈ। ਗਾਇਤਰੀ ਨੂੰ ਤ੍ਰਿਪਦਾ ਕਿਹਾ ਗਿਆ ਹੈ। ਤ੍ਰਿਪਦਾ ਦਾ ਅਰਥ ਹੈ 3 ਪਦ ਚਰਨ ਵਾਲੀ। 3 ਸਰੀਰ, 3 ਲੋਕ, 3 ਗੁਣ, 3 ਬ੍ਰਹਮ, 3 ਦੇਵ, 3 ਸ਼ਕਤੀ, 3 ਕਾਲ ਦੇ ਰੂਪ ਵਿੱਚ ਇਸ ਤ੍ਰਿਪਦਾ ਸ਼ਕਤੀ ਦਾ ਵਿਸਥਾਰ ਮੰਨਿਆ ਜਾਂਦਾ ਹੈ ਅਤੇ ਵਿਵੇਚਨ ਕੀਤਾ ਜਾਂਦਾ ਹੈ। ਇਸ ਦੇ 3 ਫਲ ਹਨ, ਅੰਮ੍ਰਿਤ, ਪਾਰਸ ਅਤੇ ਕਲਪਵ੍ਰਿਕ। ਤ੍ਰਿਪਦਾ ਦੇ ਇਹ 3 ਅਨੁਗ੍ਰਹ, 3 ਵਰਦਾਨ ਤਤਦਰਸ਼ੀਆਂ ਦੁਆਰਾ ਦੱਸੇ ਗਏ ਹਨ। ਪੁਸਤਕ ਦੇ ਕੁਝ ਬਿੰਦੂ। ਸਾਰੇ ਫਲ ਪ੍ਰਦਾਨ ਕਰਨ ਵਾਲੀ ਉਪਾਸਿਆ ਸਰਬੋਤਮ ਗਾਇਤਰੀ। ਗਾਇਤਰੀ ਸਾਧਨਾ ਦੇ 3 ਚਰਨ। ਤ੍ਰਿਦੇਵਾਂ ਦੀ ਪਰਮ ਉਪਾਸਿਆ ਗਾਇਤਰੀ ਮਹਾਸ਼ਕਤੀ।